परम सत्कारयोग ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਇੱਕ ਬਹੁਤ ਹੀ ਅਹਿਮ ਵਿਸ਼ੇ 'ਤੇ ਗੱਲਬਾਤ ਕਰਾਂਗਾ, ਜਿਸ ਦਾ ਨਾਮ ਹੈ ਜਿਹੜੀ ਕੌਮ ਆਪਸ ਵਿੱਚ ਲੜਦੀ ਹੋਵੇ ਉਹ ਕੌਮ ਦੁਸ਼ਮਣ ਨਾਲ ਲੜਨ ਦੀ ਸਮਰੱਥਾ ਗਵਾ ਲੈਂਦੀ ਹੈ, ਤਾਕਤ ਗਵਾ ਲੈਂਦੀ ਹੈ। ਉਹ ਕੌਮ ਕਿਉਂ ਨਹੀਂ ਦੁਸ਼ਮਣ ਨਾਲ ਲੜ ਸਕਦੀ? ਆਓ ਆਪਾਂ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕਰੀਏ। ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਰਹਿਬਰਾਂ, ਆਪਣੇ ਮਹਾਂਪੁਰਖਾਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਜਦੋਂ ਅਸੀਂ ਆਪਣੀ ਕੌਮ ਵੱਲ ਵੇਖਦੇ ਹਾਂ ਤਾਂ ਬਹੁਤ ਵੱਡੀ ਮਨ ਦੇ ਵਿੱਚ ਇੱਕ ਤਰਾਸਦੀ ਉੱਠਦੀ ਹੈ, ਇੱਕ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਸਾਡੀ ਕੌਮ ਦਾ ਬਣੇਗਾ ਕੀ। ਕੌਮ ਤੋਂ ਭਾਵ ਉਹ ਲੋਕ, ਉਹ ਪਬਲਿਕ ਜਿਹੜੀ ਸਤਿਗੁਰਾਂ ਨੇ ਇਕੱਠੇ ਕਰਕੇ ਸਾਰਿਆਂ ਨੂੰ ਇੱਕਸਾਰ ਬਿਠਾ ਕੇ, ਸਾਰਿਆਂ ਨੂੰ ਬਰਾਬਰ ਕਰਕੇ ਮਾਣ ਬਖਸ਼ਿਆ ਸੀ, ਸਤਿਕਾਰ ਬਖਸ਼ਿਆ ਸੀ। ਹਰ ਇੱਕ ਉਹ ਅਹੁਦਾ ਦਿੱਤਾ ਸੀ ਜਿਸ ਦੇ ਉਹ ਕਾਬਿਲ ਸਨ। ਗਰੀਬ ਤੋਂ ਗਰੀਬ ਮਨੁੱਖ ਨੂੰ ਵੀ ਗੁਰੂ ਨਾਨਕ ਮਹਾਰਾਜ ਨੇ ਛਾਤੀ ਨਾਲ ਲਾਇਆ। ਗਰੀਬ ਤੋਂ ਗਰੀਬ ਮਨੁੱਖ ਨੂੰ ਵੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜਾ ਬਣਾਇਆ। ਗਰੀਬ ਤੋਂ ਗਰੀਬ ਮਨੁੱਖਾਂ ਲਈ ਵੀ ਸਤਿਗੁਰ ਨਾਮਦੇਵ, ਸਤਿਗੁਰ ਜੈਦੇਵ, ਸਤਿਗੁਰੂ ਕਬੀਰ, ਸਤਿਗੁਰ ਬਾਬਾ ਫਰੀਦ, ਸਤਿਗੁਰ ਰਵਿਦਾਸ, ਸਤਿਗੁਰ ਧੰਨਾ, ਸਤਿਗੁਰ ਬੇਣੀ, ਸਤਿਗੁਰ ਸੈਣ ਮਹਾਰਾਜ ਵਰਗਿਆਂ ਨੇ ਸੰਘਰਸ਼ ਕੀਤਾ, ਲੜਾਈਆਂ ਲੜੀਆਂ। ਕਲਮ ਦੀਆਂ ਸੀ ਭਾਵੇਂ ਸ਼ਾਸਤਰਾਂ ਦੀਆਂ ਸੀ। ਇਹ ਇਤਿਹਾਸ ਪੜ੍ਹ ਕੇ ਪਤਾ ਲੱਗੇਗਾ। ਉਸ ਨੂੰ ਕੌਮ ਕਹਿੰਦੇ ਨੇ ਜਿਨ੍ਹਾਂ ਲਈ ਸਾਡੇ ਸਤਿਗੁਰਾਂ ਨੇ ਸੰਘਰਸ਼ ਕੀਤਾ। ਕੌਮਾਂ ਅਲੱਗ-ਅਲੱਗ ਹੁੰਦੀਆਂ ਨੇ, ਪਰ ਜਿਹੜੀ ਕੌਮ ਲਈ, ਉਹ ਕੋਈ ਵੀ ਕੌਮ ਹੋਵੇ, ਜਿਹੜੀ ਕੌਮ ਲਈ ਉਹਨਾਂ ਦੇ ਮਹਾਂਪੁਰਖਿਆਂ ਨੇ, ਉਹਨਾਂ ਦੇ ਵੱਡੇ ਵਡੇਰਿਆਂ ਨੇ ਸੰਘਰਸ਼ ਕੀਤਾ ਹੋਵੇ, ਉਹ ਸੰਘਰਸ਼ ਦੇ ਉੱਤੇ ਨਾ ਚੱਲਣ ਅਤੇ ਆਪਸ ਦੇ ਵਿੱਚ ਲੜਨ ਲੱਗ ਜਾਣ ਤਾਂ ਸਮਝ ਲਓ ਉਹ ਕੌਮਾਂ ਆਪਣੇ ਦੁਸ਼ਮਣ ਨਾਲ ਲੜਨ ਤੋਂ ਪਹਿਲਾਂ ਹੀ ਆਪਣੀ ਤਾਕਤ ਖਤਮ ਕਰ ਲੈਂਦੀਆਂ ਨੇ, ਬਰਬਾਦ ਕਰ ਲੈਂਦੀਆਂ ਨੇ। ਉਦਾਹਰਨ ਦੇ ਤੌਰ 'ਤੇ ਇੱਕ ਪਰਿਵਾਰ ਦੇ ਵਿੱਚ, ਇੱਕ ਟੱਬਰ ਦੇ ਵਿੱਚ ਜੇ 5 ਭਰਾ ਰਹਿੰਦੇ ਨੇ, ਉਹਨਾਂ 5 ਭਰਾਵਾਂ ਦੀ ਜੇ ਆਪਸ ਵਿੱਚ ਨਹੀਂ ਬਣਦੀ, ਆਪਸ ਵਿੱਚ ਲੜ ਰਹੇ ਨੇ, ਤਾਂ ਤੁਸੀਂ ਸਮਝਿਓ ਕਿ ਜੇਕਰ ਕੋਈ ਬਾਹਰਲਾ ਆਸ ਗੁਆਂਢ ਜਾਂ ਹੋਰ ਕੋਈ ਆ ਕੇ ਉਹਨਾਂ 'ਤੇ ਹਮਲਾ ਕਰਦਾ, ਅਟੈਕ ਕਰਦਾ, ਤਾਂ ਜਿਹੜੇ ਉਹ ਆਪਸ ਦੇ ਵਿੱਚ 5 ਭਰਾ ਨੇ ਲੜਨੋਂ ਨਹੀਂ ਹਟ ਕੇ, ਦੁਸ਼ਮਣ ਨਾਲ ਮੁਕਾਬਲਾ ਨਹੀਂ ਕਰਦੇ, ਤਾਂ ਸਮਝ ਲਓ ਉਹਨਾਂ ਦਾ ਦੁਸ਼ਮਣ ਨੇ ਬਹੁਤ ਵੱਡਾ ਅਤੇ ਬਹੁਤ ਤਕੜਾ ਨੁਕਸਾਨ ਕਰ ਦੇਣਾ। ਕਿਉਂਕਿ ਉਹ ਆਪਸ ਵਿੱਚ ਲੜ ਕੇ ਹੀ ਉਹ ਆਪਣੀ ਇੰਨੀ ਤਾਕਤ ਬੇਕਾਰ ਕਰ ਲਈ, ਉਹਨਾਂ ਨੇ ਸਮਰੱਥਾ ਗਵਾ ਲਈ, ਸੋਚਣ ਸ਼ਕਤੀ ਵੀ ਉਹਨਾਂ ਦੀ ਖਤਮ ਹੋ ਜਾਂਦੀ ਆ। ਉਹ ਇੱਕ ਦੂਜੇ ਵੱਲ ਵੇਖਦੇ ਨੇ, ਕਹਿੰਦੇ ਇਹ ਤਾਂ ਮੇਰੇ ਨਾਲ ਲੜਦਾ, ਇਹਨੂੰ ਮੈਨੂੰ ਗਾਲਾਂ ਕੱਢਦਾ, ਇਹ ਤਾਂ ਮੇਰੇ ਪਰਿਵਾਰ ਨੂੰ ਬੁਰਾ ਭਲਾ ਬੋਲਦਾ, ਮੈਂ ਇਹਦੀ ਮਦਦ ਕਿਉਂ ਕਰਾਂ। ਛੋਟਾ ਵੱਡਿਆਂ ਦੀ ਮਦਦ ਨਹੀਂ ਕਰਦਾ ਅਤੇ ਵੱਡਾ ਛੋਟਿਆਂ ਦੀ ਮਦਦ ਨਹੀਂ ਕਰਦਾ। ਜਦੋਂ ਕੋਈ ਪਰਿਵਾਰ 'ਤੇ ਮੁਸੀਬਤ ਪੈਂਦੀ ਹੈ, ਕੋਈ ਧਾੜਵੀ, ਕੋਈ ਹਮਲਾਵਰ, ਕੋਈ ਆਸ ਗੁਆਂਢ ਦੇ ਵਿੱਚੋਂ ਲੜਾਈ ਹੁੰਦੀ ਹੈ, ਤਾਂ ਉਹ ਇੱਕ ਦੂਜੇ ਦੇ ਭਰਾਵਾਂ ਨੂੰ ਮਾਰ ਦਿੰਦੇ ਨੇ, ਪਰ ਭਰਾ ਆਪਸ ਵਿੱਚ ਇਕੱਠੇ ਨਹੀਂ ਹੁੰਦੇ। ਕਿੱਡਾ ਵੱਡਾ ਨੁਕਸਾਨ ਹੁੰਦਾ। ਇਹੀ ਹਾਲ ਸਾਡੀ ਕੌਮ ਦਾ। ਕੋਈ ਜਥੇਦਾਰੀਆਂ ਪਿੱਛੇ ਲੜ ਰਿਹਾ, ਕੋਈ ਚੌਧਰ ਪਿੱਛੇ ਲੜ ਰਿਹਾ, ਕੋਈ ਗੋਲਕਾਂ ਪਿੱਛੇ ਲੜ ਰਿਹਾ, ਕੋਈ ਪ੍ਰਧਾਨਗੀਆਂ ਪਿੱਛੇ ਲੜ ਰਿਹਾ, ਕੋਈ ਕਿਵੇਂ ਲੜ ਰਿਹਾ, ਤੁਹਾਡੇ ਸਾਹਮਣੇ ਹੀ ਆ ਸਾਰਾ। ਅਤੇ ਇਹਨਾਂ ਨੇ ਵੀ ਆਪਣੀ ਜਿਹੜੀ ਸਮਰੱਥਾ, ਜਿਹੜੀ ਆਪਣੀ ਤਾਕਤ ਆ, ਬਰਬਾਦ ਕਰ ਲਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਤੇ ਅਟੈਕ ਹੋ ਰਹੇ ਨੇ, ਸਾਡੇ ਇਤਿਹਾਸ 'ਤੇ ਅਟੈਕ ਹੋ ਰਹੇ ਨੇ, ਹਮਲੇ ਹੋ ਰਹੇ ਨੇ, ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ। ਗੁਰਬਾਣੀ ਦੇ ਅਰਥਾਂ ਨੂੰ ਅਨਰਥ ਕਰਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਜੋ ਅਸੀਂ ਦੇਖਦੇ ਹਾਂ ਨਾ ਪਿੱਛੇ ਲੰਮੇ ਸਮੇਂ ਤੋਂ, ਜਿਹੜੇ ਸਾਨੂੰ ਅਰਥ ਦੱਸੇ ਗਏ ਸੀ ਗੁਰਬਾਣੀ ਦੇ, ਉਹ ਅਰਥਾਂ ਮੁਤਾਬਕ ਅਸੀਂ ਆਪਣਾ ਜੀਵਨ ਬਤੀਤ ਕੀਤਾ, ਸਾਡੇ ਪੁਰਖਿਆਂ ਨੇ ਜੀਵਨ ਬਤੀਤ ਕੀਤਾ, ਪਰ ਕੋਈ ਜੀਵਨ ਦੇ ਵਿੱਚ ਫਰਕ ਨਹੀਂ ਪਿਆ। ਨਾ ਸਾਨੂੰ ਗੁਰੂ ਦੇ ਅਰਥ ਸਹੀ ਦੱਸੇ, ਨਾ ਰੱਬ ਦੇ ਅਰਥ ਸਹੀ ਦੱਸੇ, ਨਾ ਧਰਮਰਾਜ ਦੇ ਅਰਥ ਸਹੀ ਦੱਸੇ, ਨਾ ਨਰਕ ਸਵਰਗ ਦੇ ਅਰਥ ਸਹੀ ਦੱਸੇ।
ਅਸੀਂ ਆਪਣਾ ਜੀਵਨ ਜਿਹੜਾ ਬਰਬਾਦ ਕਰਕੇ ਬੈਠ ਗਏ। ਇਹਦਾ ਕਾਰਨ ਇਹ ਸੀ ਕਿ ਸਾਨੂੰ ਸਾਡੇ ਸਤਿਗੁਰਾਂ ਦੀ ਜਿਹੜੀ ਸਮਝ ਸੀ, ਸੋਚ ਸੀ, ਉਹ ਚੰਗੀ ਤਰ੍ਹਾਂ ਨਹੀਂ ਦਿੱਤੀ ਗਈ, ਨਹੀਂ ਅਪਣਾਈ ਗਈ ਅਸੀਂ ਸਾਡੇ ਵੱਲੋਂ, ਅਤੇ ਸਾਡੀ ਕੌਮ ਆਪਸ ਦੇ ਵਿੱਚ ਲੜਦੀ ਰਹੀ ਹੈ ਹੁਣ ਤੱਕ। ਪਹਿਲਾਂ ਜਿਹੜੇ ਸਾਡੇ ਬੱਬਰ ਸ਼ੇਰ ਯੋਧੇ ਸੀ ਉਹ ਕੌਮ ਖਾਤਰ ਲੜਦੇ ਸੀ। ਅੱਜ ਦੇ ਸਾਡੇ ਜਿਹੜੇ ਲੋਕ ਨੇ ਉਹ ਚੌਧਰ ਦੇ ਖਾਤਰ ਲੜਦੇ ਨੇ, ਲੀਡਰੀ ਖਾਤਰ ਲੜਦੇ ਨੇ, ਪ੍ਰਧਾਨਗੀਆਂ ਖਾਤਰ ਲੜਦੇ ਨੇ, ਚੌਧਰਾਂ ਖਾਤਰ ਲੜਦੇ ਨੇ। ਇਸ ਕਰਕੇ ਉਹ ਆਪਸ ਵਿੱਚ ਹੀ ਲੜ ਕੇ ਆਪਣੀ ਸਮਰੱਥਾ ਗਵਾਈ ਜਾਂਦੇ ਨੇ। ਅਤੇ ਯਾਦ ਰੱਖਿਓ, ਜਿਹੜੀ ਕੌਮ ਆਪਸ ਵਿੱਚ ਲੜਦੀ ਹੋਵੇ ਉਹ ਦੁਸ਼ਮਣ ਨਾਲ ਨਹੀਂ ਲੜ ਸਕਦੀ। ਜਿਹੜੀ ਦੁਸ਼ਮਣ ਨਾਲ ਨਹੀਂ ਲੜ ਸਕਦੀ ਉਹ ਕੌਮ ਦਾ ਆਉਣ ਵਾਲੇ ਸਮੇਂ ਵਿੱਚ ਅੰਤ ਹੋ ਸਕਦਾ। ਇਸ ਕਰਕੇ ਆਓ ਆਪਾਂ, ਜੇਕਰ ਸਾਡੇ ਵਿੱਚ ਕੁਝ ਗਲਤ ਫਹਿਮੀਆਂ ਨੇ, ਜੇਕਰ ਆਪਣੇ ਵਿੱਚ ਕੁਝ ਕਮੀਆਂ ਨੇ, ਤਾਂ ਸਤਿਗੁਰਾਂ ਦੀ ਬਾਣੀ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਝੰਡੇ ਹੇਠ ਇਕੱਤਰ ਹੋਈਏ। ਆਪਸੀ ਫੁੱਟਾਂ ਨੂੰ, ਆਪਸੀ ਦੂਰੀਆਂ ਨੂੰ ਦੂਰ ਕਰੀਏ। ਸਾਡੇ ਸਤਿਗੁਰ ਤਾਂ ਜੋਗੀਆਂ ਨੂੰ ਸਮਝਾਉਂਦੇ ਨੇ, ਪੰਡਤਾਂ ਬ੍ਰਾਹਮਣਾਂ ਕਾਜੀ ਮੁਲਾਣਿਆਂ ਨੂੰ ਸਮਝਾਉਂਦੇ ਨੇ, ਅਤੇ ਸਾਨੂੰ ਵੀ ਸਮਝਾਉਣਗੇ। ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਠੋ ਸਫਾ ਵਿਛਾਏ। ਬਸ ਸਾਨੂੰ ਗੁਰੂ ਦੇ ਦੁਆਰੇ 'ਤੇ, ਗੁਰੂ ਦੇ ਗਿਆਨ ਨੂੰ ਸਮਝਣ ਦੀ ਜ਼ਰੂਰਤ ਹੈ, ਗੁਰੂ ਦੇ ਹੁਕਮ ਨੂੰ ਮੰਨਣ ਦੀ ਜ਼ਰੂਰਤ ਹੈ। ਸਾਡੀ ਆਪਸੀ ਦੁਬਿਧਾ, ਆਪਸੀ ਲੜਾਈ ਖਤਮ ਹੋ ਸਕਦੀ ਹੈ। ਇਹ ਤਦ ਹੀ ਖਤਮ ਹੋਏਗੀ ਜੇਕਰ ਅਸੀਂ ਆਪਸ ਦੇ ਵਿੱਚ ਚਰਚਾ ਕਰਾਂਗੇ, ਵਿਚਾਰ ਕਰਾਂਗੇ, ਗੋਸ਼ਟੀ ਕਰਾਂਗੇ। ਜੇਕਰ ਅਸੀਂ ਇਹ ਗੱਲਾਂ ਨਹੀਂ ਕਰਦੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੁੰਦਾ, ਹੋ ਰਿਹਾ ਅਤੇ ਹੋਵੇਗਾ। ਅਸੀਂ ਵੇਖੀਏ ਵੀ ਅਸੀਂ ਆਪਣੇ ਸਮਾਜ ਨੂੰ ਕੀ ਦੇਣਾ। ਸਾਡਾ ਨਾ ਕੋਈ ਅੱਜ ਤੱਕ ਅਖਬਾਰ ਹੈ, ਨਾ ਕੋਈ ਸਾਡਾ ਆਪਣਾ ਸਿੱਖਾਂ ਦਾ ਕੋਈ ਵਧੀਆ ਵੱਡਾ ਚੈਨਲ ਹੈ, ਨਾ ਕੋਈ ਸਾਡੇ ਕੋਲ ਆਪਣੇ ਵੱਡੇ ਵੱਡੇ ਸਕੂਲ, ਯੂਨੀਵਰਸਿਟੀਆਂ, ਕਾਲਜ ਨੇ। ਸਾਡੇ ਕੋਲ ਸਾਡਾ ਕੁਛ ਵੀ ਨਹੀਂ। ਸਮਾਜ ਲਈ ਅਸੀਂ ਕੀ ਕੀਤਾ, ਕੀ ਕਰ ਰਹੇ ਹਾਂ। ਇੰਨਾ ਪੈਸਾ ਚੜ੍ਹਦਾ ਗੁਰਦੁਆਰਿਆਂ ਵਿੱਚ। ਮੰਨਦੇ ਹਾਂ ਕਿ ਲੰਗਰ ਵੀ ਚੱਲਦੇ ਨੇ, ਬਹੁਤ ਵੱਡੇ ਵੱਡੇ ਕਾਰਜ ਵੀ ਹੁੰਦੇ ਨੇ, ਪਰ ਕਾਲਜ, ਯੂਨੀਵਰਸਿਟੀਆਂ ਵੀ ਬਣਾਉਣੀਆਂ ਚਾਹੀਦੀਆਂ ਨੇ ਜਿੱਥੇ ਸਿੱਖਾਂ ਦੇ ਬੱਚੇ ਪੜ੍ਹ ਸਕਣ, ਵੱਡੀਆਂ ਵੱਡੀਆਂ ਪੋਸਟਾਂ 'ਤੇ, ਨੌਕਰੀਆਂ 'ਤੇ ਤਾਇਨਾਤ ਹੋ ਸਕਣ। ਇਹ ਤਦ ਹੀ ਹੋਏਗਾ ਜੇਕਰ ਅਸੀਂ ਆਪਣੀਆਂ ਲੜਾਈਆਂ ਤੋਂ ਮੁਨਕਰ ਹੋ ਕੇ, ਲੜਾਈਆਂ ਨੂੰ ਛੱਡ ਕੇ ਆਪਸ ਦੇ ਵਿੱਚ ਵਿਚਾਰ ਚਰਚਾ ਕਰਕੇ ਗੁਰੂ ਦੀ ਗੱਲ ਕਰਾਂਗੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।